ਹੈਲੋ ਐਂਡ ਵੈਲਕਮ ਟੂ ਦ YouTube ਚੈਨਲ ਸਪੋਰਟ ਫॉर ਐਜੂਕੇਸ਼ਨ। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ CBSE ਜਮਾਤ 12ਵੀਂ ਦੇ ਵਿਦਿਆਰਥੀਆਂ ਦੇ ਲਈ ਪੰਜਵਾਂ ਸੈਂਪਲ ਪੇਪਰ। ਆਓ ਸ਼ੁਰੂ ਕਰਦੇ ਹਾਂ। 3 ਘੰਟੇ ਦਾ ਸਮਾਂ, 80 ਅੰਕਾਂ ਦੀ ਪ੍ਰੀਖਿਆ। ਸਭ ਤੋਂ ਪਹਿਲਾਂ ਅੰਡੇਠਾ ਪੈਰਾ ਜੋ ਕਿ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਆ ਰਿਹਾ, ਤੇ ਆਪ ਸਾਰੇ ਵਿਦਿਆਰਥੀ ਸਕਰੀਨ ਨੂੰ ਪੌਜ਼ ਕਰਕੇ ਅੰਡੇਠੇ ਪੈਰੇ ਨੂੰ ਪੜ੍ਹ ਸਕਦੇ ਹੋ। ਫਿਰ ਅਸੀਂ ਪ੍ਰਸ਼ਨ ਉੱਤਰ ਕਰਾਂਗੇ। ਆਓ ਹੁਣ ਅਸੀਂ ਕਰਦੇ ਹਾਂ ਪ੍ਰਸ਼ਨ ਉੱਤਰ। ਪਹਿਲਾ ਪ੍ਰਸ਼ਨ ਹੈ, ਕਿਹੜੇ ਸਰੀਰ ਵਿੱਚ ਬਰਕਤ ਤੇ ਰੌਣਕ ਨਹੀਂ ਹੁੰਦੀ? ਇਸ ਦਾ ਉੱਤਰ ਹੈ ਜਿਹੜੇ ਸਰੀਰ ਨੇ ਕਦੇ ਖੇਚਲ ਅਤੇ ਮਿਹਨਤ ਨਹੀਂ ਕੀਤੀ। ਦੂਜਾ ਪ੍ਰਸ਼ਨ, ਮਨੁੱਖੀ ਸਰੀਰ ਕਿਸ ਲਈ ਬਣਿਆ ਹੈ? ਕੰਮ ਲਈ। ਸਰੀਰ ਦੇ ਗੁਣ ਨੂੰ ਅਕਾਰਤ ਕਿਵੇਂ ਗਵਾਇਆ ਜਾਂਦਾ ਹੈ? ਕੰਮ ਨਾ ਕਰਨ ਨਾਲ। ਮੁਸ਼ੱਕਤ ਨਾ ਕਰਨ ਵਾਲੇ ਦੇ ਸਰੀਰ ਤੇ ਕੀ ਪ੍ਰਭਾਵ ਪੈਂਦਾ ਹੈ? ਸਰੀਰ ਅਰੋਗ ਨਹੀਂ ਰਹਿੰਦਾ। ਪੈਰੇ ਅਨੁਸਾਰ ਲੋਕ ਕਿਸ ਗੱਲ ਤੋਂ ਭੱਜਦੇ ਹਨ? ਹੱਥੀਂ ਕੰਮ ਕਰਨ ਤੋਂ। ਪੈਰੇ ਅਨੁਸਾਰ ਲੋਕ ਸਰੀਰ ਨੂੰ ਠੀਕ ਰੱਖਣ ਲਈ ਕੀ ਕਰਦੇ ਹਨ? ਕਸਰਤ ਕਰਦੇ ਹਨ। ਕਿਹੜਾ ਸਰੀਰ ਕੁਦਰਤ ਤੋਂ ਉੱਕਾ ਵਿਰੁੱਧ ਹੈ? ਜਿਹੜਾ ਸਰੀਰ ਕੰਮ ਨਹੀਂ ਕਰਦਾ। ਮੁਸ਼ੱਕਤ ਦਾ ਸਮਾਨਾਰਥਕ ਸ਼ਬਦ ਚੁਣੋ, ਮਿਹਨਤ। ਤੇ ਇਸ ਤੋਂ ਬਾਅਦ ਹੈ ਕਾਰ ਵਿਹਾਰ ਦੇ ਪੱਤਰ। ਤੇ ਕਾਰ ਵਿਹਾਰ ਦਾ ਪੱਤਰ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਆ ਰਿਹਾ, ਤੇ ਆਪ ਸਾਰੇ ਵਿਦਿਆਰਥੀ ਸਕਰੀਨ ਨੂੰ ਪੌਜ਼ ਕਰਕੇ ਦੇਖ ਸਕਦੇ ਹੋ ਕਿ ਪੱਤਰ ਨੂੰ ਅਸੀਂ ਕਿਸ ਤਰ੍ਹਾਂ ਲਿਖਣਾ ਹੈ ਤੇ ਕਿਹੜਾ ਫਾਰਮੈਟ ਅਸੀਂ ਫੋਲੋ ਕਰਨਾ ਹੈ। ਤੇ ਇਸੇ ਤਰ੍ਹਾਂ ਦੂਜਾ ਪੱਤਰ ਵੀ ਆਪ ਸਾਰਿਆਂ ਦੀ ਸਕਰੀਨ ਤੇ ਆ ਰਿਹਾ, ਤੇ ਉਹ ਵੀ ਆਪ ਸਾਰੇ ਵਿਦਿਆਰਥੀ ਦੇਖ ਸਕਦੇ ਹੋ। ਤੇ ਹੁਣ ਅਸੀਂ ਕਰਾਂਗੇ ਪੈਰਾ ਰਚਨਾ। ਸ਼ਹਿਰੀਆਂ ਲਈ ਸੈਰ ਜਾਂ ਕੌਮੀ ਏਕਤਾ। ਤੇ ਪੈਰਾ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਆ ਰਿਹਾ, ਤੇ ਆਪ ਸਾਰੇ ਵਿਦਿਆਰਥੀ ਸਕਰੀਨ ਨੂੰ ਪੌਜ਼ ਕਰਕੇ ਪੈਰੇ ਨੂੰ ਪੜ੍ਹ ਸਕਦੇ ਹੋ। ਤੇ ਹੁਣ ਅਸੀਂ ਕਰਾਂਗੇ ਵਾਕ ਵਟਾਂਦਰਾ। 3 ਵਾਕਾਂ ਦਾ ਵਾਕ ਵਟਾਂਦਰਾ ਕਰਨਾ ਹੈ। ਭਾਵੇਂ ਉਸ ਦੀਆਂ ਸਹੇਲੀਆਂ ਮੂਰਖ ਹਨ ਪਰ ਉਹ ਸਿਆਣੀ ਹੈ। ਤੇ ਹੋ ਜਾਏਗਾ ਇਸ ਦਾ ਸੰਯੁਕਤ ਵਾਕ, ਉਸ ਦੀਆਂ ਸਹੇਲੀਆਂ ਮੂਰਖ ਹਨ ਪਰ ਉਹ ਸਿਆਣੀ ਹੈ। ਇਸ ਤੋਂ ਬਾਅਦ ਆਹਾ ਮੇਰੀ ਨੌਕਰੀ ਲੱਗ ਗਈ ਹੈ। ਇਸ ਦਾ ਬਣਾਉਣਾ ਸਧਾਰਨ ਵਾਕ, ਮੈਨੂੰ ਆਪਣੀ ਨੌਕਰੀ ਲੱਗਣ ਦੀ ਖੁਸ਼ੀ ਹੈ। ਕੋਈ ਸੋਹਣਾ ਜਿਹਾ ਗੀਤ ਸੁਣਾਓ। ਇਸ ਦਾ ਬਣਾਉਣਾ ਪ੍ਰਸ਼ਨਵਾਚਕ, ਕੀ ਤੁਸੀਂ ਕੋਈ ਸੋਹਣਾ ਜਿਹਾ ਗੀਤ ਸੁਣਾਓਗੇ? ਮੇਰੀ ਸਹਾਇਤਾ ਕਰਨ ਵਾਲੀ ਲੜਕੀ ਉਹ ਜਾ ਰਹੀ ਹੈ। ਤੇ ਇਸ ਦਾ ਬਣਾਉਣਾ ਮਿਸ਼ਰਤ, ਉਹ ਜਿਹੜੀ ਲੜਕੀ ਜਾ ਰਹੀ ਹੈ ਉਸਨੇ ਮੇਰੀ ਸਹਾਇਤਾ ਕੀਤੀ ਸੀ। ਤੇ ਇਸ ਤੋਂ ਬਾਅਦ ਅਖਾਣ ਅਖੌਤਨਾ 6 ਵਿੱਚੋਂ 5 ਕਰਨੀਆਂ ਹਨ। ਅਰੇ ਨੂੰ ਇੱਕ ਪਾਸੇ ਦਿੰਦੇ, ਜਹਾਨ ਨੂੰ ਦੋਹੇ ਪਾਸੇ। ਜਿਸ ਦਾ ਅਰਥ ਹੈ ਕਿ ਦੂਜਿਆਂ ਨੇ ਤੁਹਾਡੇ ਹਰ ਕੰਮ ਦਾ ਵਿਰੋਧ ਕਰਨਾ ਹੈ। ਤੇ ਵਾਕ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਆ ਰਿਹਾ, ਤੇ ਆਪ ਸਾਰੇ ਵਿਦਿਆਰਥੀ ਵਾਕ ਨੂੰ ਪੜ੍ਹ ਸਕਦੇ ਹੋ। ਸਾਰਾ ਜਾਂਦਾ ਵੇਖੀਏ, ਅੱਧਾ ਦਈਏ ਵੰਡ। ਜਦੋਂ ਥੋੜ੍ਹੇ ਜਿਹੇ ਨੁਕਸਾਨ ਨਾਲ ਕਾਫੀ ਪੈਸਾ ਬਚ ਜਾਵੇ ਤਾਂ ਬਚਾ ਲੈਣਾ ਚਾਹੀਦਾ ਹੈ। ਵੇਲੇ ਦੀ ਨਮਾਜ਼, ਕੁਵੇਲੇ ਦੀਆਂ ਟੱਕਰਾਂ। ਇਸ ਦਾ ਅਰਥ ਹੈ ਕਿ ਬੇਮੌਕੇ ਕੀਤੇ ਕੰਮ ਦਾ ਕੋਈ ਲਾਭ ਜਾਂ ਫਾਇਦਾ ਨਹੀਂ ਹੁੰਦਾ। ਜਾਂ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ। ਤੇ ਇਸ ਦਾ ਅਰਥ ਹੈ ਕਿ ਕਿਸੇ ਬੰਦੇ ਦੇ ਚਰਿੱਤਰ ਦਾ ਪਤਾ ਉਸ ਨਾਲ ਵਾਹ ਪੈਣ 'ਤੇ ਹੀ ਲੱਗਦਾ ਹੈ। ਅਗਲਾ, ਬਹਿ ਕੇ ਖਾਦਿਆਂ ਤਾਂ ਖੂਹ ਵੀ ਨਿਖੁੱਟ ਜਾਂਦੇ ਹਨ। ਜਿਸ ਦਾ ਅਰਥ ਹੈ ਕਿ ਜੇ ਅੱਗੇ ਕਮਾਈ ਨਾ ਕਰੀਏ ਤਾਂ ਜਮਾ ਧਨ ਵੀ ਖਤਮ ਹੋ ਜਾਂਦਾ ਹੈ। ਗੱਲ ਕਹਿੰਦੇ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕਢਾਉਂਦੀ ਹਾਂ। ਜਿਸ ਦਾ ਅਰਥ ਹੈ ਕਿ ਸਾਨੂੰ ਹਮੇਸ਼ਾ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ। ਤੇ ਇਸ ਤੋਂ ਬਾਅਦ ਪਾਠ ਪੁਸਤਕਾਂ 'ਤੇ ਆਧਾਰਿਤ ਪ੍ਰਸ਼ਨ। ਸਭ ਤੋਂ ਪਹਿਲਾਂ ਪ੍ਰਸੰਗ ਸਹਿਤ ਵਿਆਖਿਆ, 2 ਵਿੱਚੋਂ ਕੋਈ ਵੀ ਕਰਨੀ ਹੈ। ਤੱਕ ਤੱਕ ਕਸਬ ਹੁਨਰ ਮੁਗਲਾਂ ਦਾ, ਹੈਰਤ ਵੱਧਦੀ ਜਾਵੇ। ਸ਼ਾਹਜਹਾਨ ਦੇ ਸੋਚ ਸਵਾਦ ਨੂੰ ਲੂਣੋਂ ਪਿਆ ਸੈਲਾਵੇ। ਐਨੇ ਨੂੰ ਗੁੰਬਦ ਦਾ ਆਂਡਾ ਟੋਟੇ ਟੋਟੇ ਹੋਇਆ। ਚੀਕਾਂ ਕੂਕਾਂ ਤੇ ਫਰਿਆਦਾਂ ਜਾਂ ਅੰਬਰ ਨੂੰ ਛੋਇਆ। ਪ੍ਰਸੰਗ, ਇਹ ਕਾਵਿ ਟੁਕੜੀਆਂ ਲਾਜ਼ਮੀ ਪੰਜਾਬੀ 12 ਪੁਸਤਕ ਵਿੱਚ ਦਰਜ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਤਾਜ ਮਹਿਲ ਵਿੱਚੋਂ ਲਈਆਂ ਗਈਆਂ ਹਨ। ਇਸ ਕਵਿਤਾ ਵਿੱਚ ਇੱਕ ਪਾਸੇ ਦਾ ਤਾਜ ਮਹਿਲ ਦੀ ਸੁੰਦਰਤਾ ਦਾ ਵਰਣਨ ਕੀਤਾ ਗਿਆ ਹੈ, ਪਰ ਦੂਜੇ ਪਾਸੇ ਇਸ ਨੂੰ ਉਸਾਰਨ ਵਾਲੇ ਮਜ਼ਦੂਰਾਂ ਦਾ ਵੀ ਦਰਦਨਾਕ ਚਿੱਤਰ ਪੇਸ਼ ਕੀਤਾ ਗਿਆ ਹੈ। ਇਹਨਾਂ ਸਤਰਾਂ ਵਿੱਚ ਕਵੀ ਪਹਿਲਾਂ ਤਾਜ ਮਹਿਲ ਦੀ ਸੁੰਦਰਤਾ ਵੇਖ ਕੇ ਹੈਰਾਨ ਹੈ, ਪਰ ਬਾਅਦ ਵਿੱਚ ਉਸ ਨੂੰ ਤਾਜ ਮਹਿਲ ਉਸਾਰਨ ਵਾਲੇ ਮਜ਼ਦੂਰਾਂ ਅਤੇ ਮਜ਼ਦੂਰਨੀਆਂ ਦਾ ਖਿਆਲ ਆਉਂਦਾ ਹੈ, ਜਿਨ੍ਹਾਂ ਤੋਂ ਜਬਰੀ ਵਗਾਰ ਕਰਵਾਈ ਗਈ। ਵਿਆਖਿਆ, ਕਵੀ ਲਿਖਦਾ ਹੈ ਕਿ ਮੁਗਲਾਂ ਦਾ ਹੁਨਰ ਅਤੇ ਕਸਬ ਦੇਖ ਕੇ ਉਸ ਦੀ ਹੈਰਾਨੀ ਵੱਧਦੀ ਜਾ ਰਹੀ ਸੀ। ਜਿਸ ਦਾ ਅਰਥ ਹੈ ਕਿ ਉਹ ਤਾਜ ਮਹਿਲ ਦੀ ਸੁੰਦਰਤਾ ਦੇਖ ਕੇ ਹੈਰਾਨ ਹੋ ਰਿਹਾ ਸੀ। ਉਸ ਦਾ ਲੂੰ ਸ਼ਾਹਜਹਾਨ ਦੇ ਸੁਹਜ ਸਵਾਦ ਦੀ ਸਿਫਤ ਕਰ ਰਿਹਾ ਸੀ। ਇਸ ਸਮੇਂ ਕਵੀ ਨੇ ਆਪਣੀ ਕਲਪਨਾ ਵਿੱਚੋਂ ਤਾਜ ਮਹਿਲ ਦੇ ਅੰਡੇ ਵਰਗੇ ਗੁੰਬਦ ਦੇ ਟੋਟੇ ਟੋਟੇ ਹੁੰਦੇ ਮਹਿਸੂਸ ਕੀਤੇ। ਕਵੀ ਨੂੰ ਲੱਗਾ ਕਿ ਗੁੰਬਦ ਵਿੱਚੋਂ ਨਿਕਲੀਆਂ ਮਜ਼ਦੂਰਾਂ ਅਤੇ ਮਜ਼ਦੂਰਨੀਆਂ ਦੀਆਂ ਚੀਕਾਂ ਕੂਕਾਂ ਅਤੇ ਫਰਿਆਦਾਂ ਦੀ ਆਵਾਜ਼ ਇੰਨੀ ਉੱਚੀ ਸੀ ਕਿ ਉਸ ਆਵਾਜ਼ ਨੇ ਅਸਮਾਨ ਨੂੰ ਜਾ ਛੋਹਿਆ। ਅਗਲਾ, ਛੇਤੀ ਛੇਤੀ ਕਰੀ ਮੈਂ ਤਾਂ ਜਾਣਾ ਬੜੀ ਦੂਰ ਨੀ। ਜਿੱਥੇ ਮੇਰੇ ਹਾਣੀਆਂ ਦਾ ਟੁਰ ਗਿਆ ਪੂਰ ਨੀ। ਉਸ ਪਿੰਡ ਦਾ ਸੁਣੀਦੇ ਰਹਾ ਮਾੜਾ ਨੀ। ਪੀੜਾਂ ਦਾ ਪਰਾਗਾ ਪੁੰਨ ਦੇ ਪੱਠੀ ਵਾਲੀਏ। ਪ੍ਰਸੰਗ, ਇਹ ਕਾਵਿ ਟੁਕੜੀਆਂ ਲਾਜ਼ਮੀ ਪੰਜਾਬੀ 12 ਪੁਸਤਕ ਵਿੱਚ ਦਰਜ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਗੀਤ ਵਿੱਚੋਂ ਲਈਆਂ ਗਈਆਂ ਹਨ। ਇਸ ਕਵਿਤਾ ਵਿੱਚ ਕਵੀ ਨੇ ਬਿਰਹਾ ਦੇ ਦੁੱਖਾਂ ਦਾ ਬਿਆਨ ਕੀਤਾ ਹੈ।
ਇਹਨਾਂ ਸਤਰਾਂ ਵਿੱਚ ਕਵੀ ਪੱਠੀ ਵਾਲੀ ਨੂੰ ਭਾਵ ਹੋਣੀ ਨੂੰ ਉਸ ਦੀਆਂ ਪੀੜਾਂ ਦਾ ਪਰਾਗਾ ਛੇਤੀ ਪੁੰਨਣ ਲਈ ਕਹਿੰਦਾ ਹੈ। ਵਿਆਖਿਆ। ਇਹਨਾਂ ਸਤਰਾਂ ਵਿੱਚ ਕਵੀ ਪੱਠੀ ਵਾਲੀ ਨੂੰ ਭਾਵ ਹੋਣੀ ਨੂੰ ਕਹਿੰਦਾ ਹੈ ਕਿ ਉਹ ਉਸ ਦੀਆਂ ਪੀੜਾਂ ਦਾ ਪਰਾਗਾ ਛੇਤੀ ਪੁੰਨ ਦੇਵੇ, ਕਿਉਂਕਿ ਉਸਨੇ ਬਹੁਤ ਦੂਰ ਜਾਣਾ ਹੈ। ਕਵੀ ਕਹਿੰਦਾ ਹੈ ਕਿ ਉਸਨੇ ਉਸ ਥਾਂ 'ਤੇ ਜਾਣਾ ਹੈ ਜਿੱਥੇ ਉਸਦੀ ਹਾਣਨ ਮਰ ਕੇ ਚਲੀ ਗਈ ਹੈ। ਉਸ ਪਿੰਡ ਦਾ ਰਾਹ ਬਹੁਤ ਮਾੜਾ ਹੈ, ਇਸ ਕਰਕੇ ਕਵੀ ਪੱਠੀ ਵਾਲੀ ਨੂੰ ਉਸ ਦੀਆਂ ਪੀੜਾਂ ਦਾ ਪਰਾਗਾ ਛੇਤੀ ਪੁੰਨਣ ਲਈ ਕਹਿੰਦਾ ਹੈ। ਤੇ ਇਸ ਤੋਂ ਬਾਅਦ ਬਹੁ ਵਿਕਲਪੀ ਪ੍ਰਸ਼ਨ। ਖੁਸ਼ੀਆਂ ਦੀ ਛੈਬਰ ਤੋਂ ਕੀ ਭਾਵ ਹੈ? ਇਸ ਦਾ ਉੱਤਰ ਹੈ ਬਰਖਾ ਜਾਂ ਝੜੀ। ਚੁੰਮ ਚੁੰਮ ਰੱਖੋ ਕਵਿਤਾ ਵਿੱਚ ਕਿਸ ਨੂੰ ਭੁੱਬਾ ਮਾਰਦਾ ਵੇਖਿਆ ਗਿਆ ਹੈ? ਘੋੜੀ ਨੂੰ। ਵਾਰਿਸ ਸ਼ਾਹ ਕਵਿਤਾ ਵਿੱਚ ਪੰਜਾਬ ਦੀ ਧੀ ਕਿਸ ਨੂੰ ਆਖਿਆ ਗਿਆ ਹੈ? ਹੀਰ ਨੂੰ। ਮੇਰਾ ਬਚਪਨ ਕਵਿਤਾ ਵਿੱਚ ਕਵੀ ਦੀ ਮਾਂ ਦਾ ਪਤੀ ਦੀ ਚਿਤਾ ਦੇ ਨਾਲ ਹੋਰ ਕਿਹੜੀ ਚੀਜ਼ ਸਾੜਨ ਦਾ ਜ਼ਿਕਰ ਹੋਇਆ ਹੈ? ਕਵੀ ਦਾ ਬਚਪਨ। ਤੇ ਇਸ ਤੋਂ ਬਾਅਦ ਕਹਾਣੀਆਂ ਵਿੱਚੋਂ ਸਾਂਝ ਕਹਾਣੀ ਦੇ ਵਿਸ਼ਾ ਵਸਤੂ ਬਾਰੇ 125 ਤੋਂ 150 ਸ਼ਬਦਾਂ ਵਿੱਚ ਚਰਚਾ ਕਰੋ। ਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ, ਸਾਂਝ ਕਹਾਣੀ ਵਿੱਚ ਲੇਖਕ ਨੇ ਲੋੜਵੰਦਾਂ ਤੇ ਦੁੱਖਾਂ ਨੂੰ ਆਪਸੀ ਭਾਈਚਾਰਕ ਸਾਂਝ ਦੁਆਰਾ ਵੰਡਣ ਦੀ ਭਾਵਨਾ ਨੂੰ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਕਹਾਣੀ ਵਿੱਚ ਲੇਖਕ ਨੇ ਇੱਕ ਸਧਾਰਨ ਵਿਅਕਤੀ ਦੀ ਮਾਨਸਿਕ ਅਵਸਥਾ ਨੂੰ ਵੀ ਬਿਆਨ ਕੀਤਾ ਹੈ, ਜੋ ਆਰਥਿਕ ਤੰਗੀ ਕਰਕੇ ਚਾਹੁੰਦਿਆਂ ਹੋਇਆਂ ਵੀ ਲੋੜਵੰਦਾਂ ਦੀ ਮਦਦ ਨਹੀਂ ਕਰ ਸਕਦਾ। ਇਸ ਕਹਾਣੀ ਵਿੱਚ ਪ੍ਰੋਫੈਸਰ ਦੇ ਪਾਤਰ ਰਾਹੀਂ ਇਹ ਪੇਸ਼ ਕੀਤਾ ਗਿਆ ਕਿ ਉਹ ਬੁੱਢੀ ਮਾਈ ਦੀ ਪਿੰਡ ਜਾਣ ਵਿੱਚ ਮਦਦ ਕਰਨਾ ਚਾਹੁੰਦਾ ਹੈ, ਪਰ ਪੈਸਿਆਂ ਦੀ ਤੰਗੀ ਕਾਰਨ ਨਹੀਂ ਕਰ ਸਕਦਾ। ਜਦੋਂ ਲਾਲ ਚੀਰੇ ਵਾਲਾ ਬੁੱਢੀ ਮਾਈ ਨੂੰ ਛੱਡਣ ਲਈ ਵਾਪਸ ਆਉਂਦਾ ਹੈ ਤਾਂ ਬਿਨਾਂ ਗੱਲ ਕੀਤੇ ਵੀ ਉਸ ਦੀ ਪ੍ਰੋਫੈਸਰ ਨਾਲ ਭਾਈਚਾਰਕ ਸਾਂਝ ਪੈ ਜਾਂਦੀ ਹੈ। ਇਸ ਤਰ੍ਹਾਂ ਲੇਖਕ ਨੇ ਇਸ ਕਹਾਣੀ ਦੇ ਵਿਸ਼ੇ ਨੂੰ ਪ੍ਰੋਫੈਸਰ ਅਤੇ ਲਾਲ ਚੀਰੇ ਵਾਲੇ ਦੇ ਪਾਤਰਾਂ ਰਾਹੀਂ ਬਹੁਤ ਹੀ ਚੰਗੀ ਤਰ੍ਹਾਂ ਪੇਸ਼ ਕੀਤਾ ਹੈ। ਦੋਵੇਂ ਹੀ ਆਪਣੀ ਆਪਣੀ ਸਮਰੱਥਾ ਅਨੁਸਾਰ ਬੁੱਢੀ ਮਾਈ ਦੀ ਮਦਦ ਕਰਦੇ ਹਨ ਅਤੇ ਉਹਨਾਂ ਵਿਚਕਾਰ ਹਮਦਰਦੀ ਦੀ ਸਾਂਝ ਪੈ ਜਾਂਦੀ ਹੈ। ਅਗਲਾ ਪ੍ਰਸ਼ਨ ਹੈ, ਮਾੜਾ ਬੰਦਾ ਕਹਾਣੀ ਦੇ ਪਾਤਰ ਰਿਕਸ਼ੇ ਵਾਲੇ ਦੀ ਮਾਨਸਿਕ ਸਥਿਤੀ ਸਮਝਦੇ ਹੋਏ ਉਸ ਦੇ ਪਾਤਰ ਬਾਰੇ ਆਪਣੇ ਵਿਚਾਰ 125 ਤੋਂ 150 ਸ਼ਬਦਾਂ ਵਿੱਚ ਪ੍ਰਗਟ ਕਰੋ। ਤੇ ਜਦੋਂ ਵੀ ਪਾਤਰ ਚਿੱਤਰਣ ਵਾਲਾ ਪ੍ਰਸ਼ਨ ਹੈ ਹਮੇਸ਼ਾ ਪੁਆਇੰਟਸ ਵਿੱਚ ਉੱਤਰ ਦੇਣਾ ਹੈ। ਤੇ ਇਸ ਵਿੱਚ ਅਸੀਂ ਲਿਖ ਸਕਦੇ ਹਾਂ ਜਾਣ ਪਛਾਣ, ਪਹਿਰਾਵਾ, ਆਪਣੇ ਹੱਕ ਲਈ ਅੜਨ ਵਾਲਾ, ਸਮਾਂ ਬਰਬਾਦ ਕਰਨ ਵਾਲਾ, ਆਪਣੀ ਹਾਲਤ ਨੂੰ ਸਮਝਣ ਵਾਲਾ, ਤੇ ਹਰ ਪੁਆਇੰਟ ਨੂੰ ਤੁਸੀਂ ਚੰਗੀ ਤਰ੍ਹਾਂ ਐਕਸਪਲੇਨ ਕਰਨਾ ਹੈ। ਇਸ ਤੋਂ ਬਾਅਦ ਕਹਾਣੀ ਵਿੱਚ ਬਹੁ ਵਿਕਲਪੀ ਪ੍ਰਸ਼ਨ। ਇਤਿਹਾਸਿਕ ਗੁਰਦੁਆਰੇ ਦੇ ਦਰਵਾਜ਼ੇ ਕੋਲ ਸਵਾਰੀਆਂ ਬੱਸ ਦਾ ਇੰਤਜ਼ਾਰ ਕਿੱਥੇ ਕਰ ਰਹੀਆਂ ਸਨ? ਤਰੇਕ ਦੇ ਹੇਠਾਂ। ਨੀਲੀ ਕਹਾਣੀ ਵਿੱਚ ਨੀਲੀ ਕੌਣ ਹੈ? ਗਾਂ। ਨੀਲੀ ਮਸਾਲੇ ਦੀ ਟੋਕਰੀ ਵਿੱਚ ਆਪਣੀ ਡੈਸ਼ ਜਮਾਈ ਹੌਲੇ ਹੌਲੇ ਮਸਾਲਾ ਖਾਂਦੀ ਰਹੀ, ਤੇ ਇਸ ਵਿੱਚ ਖਾਲੀ ਥਾਂ ਭਰਨੀ ਹੈ ਤੇ ਇਸ ਦਾ ਉੱਤਰ ਹੈ ਥੂਥਣੀ। ਮਾੜਾ ਬੰਦਾ ਕਹਾਣੀ ਵਿੱਚ ਰਿਕਸ਼ੇ ਵਾਲੇ ਨੂੰ ਸਬਕ ਸਿਖਾਉਣ ਲਈ ਲੇਖਕ ਕਿਸ ਨੂੰ ਫੋਨ ਕਰਨ ਲਈ ਕਹਿੰਦਾ ਹੈ? ਪੁਲਿਸ ਨੂੰ। ਜੀਤੋ ਆਪਣੇ ਵੀਰ ਨਾਲ ਨੀਲੋ ਖੇੜੀ ਕਿੰਨੇ ਮਹੀਨੇ ਰਹੀ ਸੀ? 4 ਮਹੀਨੇ। ਇਸ ਤੋਂ ਬਾਅਦ ਕਹਾਣੀਆਂ ਵਿੱਚ 2 ਅੰਕਾਂ ਵਾਲੇ ਪ੍ਰਸ਼ਨ। ਪ੍ਰੋਫੈਸਰ ਨੂੰ ਬਚਪਨ ਵਿੱਚ ਪੜ੍ਹੀ ਕਿਹੜੀ ਕਵਿਤਾ ਦਾ ਚੇਤਾ ਆਇਆ ਅਤੇ ਉਸ ਕਵਿਤਾ ਦੇ ਅੰਤ ਵਿੱਚ ਕੀ ਲਿਖਿਆ ਸੀ? ਪ੍ਰੋਫੈਸਰ ਨੂੰ ਬਚਪਨ ਵਿੱਚ ਪੜ੍ਹੀ ਅੰਗਰੇਜ਼ੀ ਦੀ ਕਵਿਤਾ ਸਾਈਕਲ ਤੇ ਪਹਾੜੀ ਉੱਤੋਂ ਥੱਲੇ ਉਤਰਦਿਆਂ ਦਾ ਚੇਤਾ ਆਇਆ। ਉਸ ਕਵਿਤਾ ਦੇ ਅੰਤ ਵਿੱਚ ਲਿਖਿਆ ਸੀ ਕਿ ਜਿਹੜਾ ਮਿਹਨਤ ਕਰਕੇ ਤੇ ਜ਼ੋਰ ਲਾ ਕੇ ਪਹਾੜੀ ਦੀ ਚੋਟੀ ਤੇ ਪਹੁੰਚ ਜਾਂਦਾ, ਉਸ ਦੀ ਉਡੀਕ ਕਰਦੇ ਖੰਭ ਉਸ ਨੂੰ ਚੋਟੀ ਤੇ ਮਿਲਦੇ ਹਨ। ਅਗਲਾ ਪ੍ਰਸ਼ਨ ਹੈ, ਨੀਲੀ ਦੀ ਵੱਛੀ ਮਰਨ ਦਾ ਕੀ ਕਾਰਨ ਸੀ? ਨੀਲੀ ਦੀ ਵੱਛੀ ਮਰਨ ਦਾ ਕਾਰਨ ਗਵਾਲੇ ਦਾ ਲਾਲਚ ਸੀ। ਉਹ ਵੱਛੀ ਲਈ ਚੁੱਲ੍ਹੀ ਪਰ ਦੁੱਧ ਵੀ ਨਹੀਂ ਸੀ ਛੱਡਦਾ। ਲੇਖਕ ਦੀ ਤਰੀਮਤ ਤੇ ਕਹਿਣ ਤੇ ਗਵਾਲਾ ਇਹ ਕਹਿ ਦਿੰਦਾ ਕਿ ਨੀਲੀ ਵੱਛੀ ਲਈ ਦੁੱਧ ਛੁਪਾ ਕੇ ਰੱਖ ਲੈਂਦੀ ਹੈ ਅਤੇ ਪਿੱਛੋਂ ਉਸ ਨੂੰ ਪਿਲਾਉਂਦੀ ਹੈ। ਪੀਣ ਲਈ ਦੁੱਧ ਨਾ ਮਿਲਣ ਕਾਰਨ ਵੱਛੀ ਦੀ ਮੌਤ ਹੋ ਗਈ। ਲੇਖਕ ਦੀ ਤਰੀਮਤ ਨੇ ਗਵਾਲੇ ਨਾਲ ਕਿਹੜੀਆਂ-ਕਿਹੜੀਆਂ ਸ਼ਰਤਾਂ ਤੈਅ ਕੀਤੀਆਂ? ਲੇਖਕ ਦੀ ਤਰੀਮਤ ਨੇ ਗਵਾਲੇ ਨਾਲ ਨੀਲੀ ਨੂੰ ਚੰਗਾ ਚਾਰਾ, ਦਾਣਾ, ਵੜੇਵੇਂ, ਖਲੀ ਖੁਆਉਣ ਦੀ ਸ਼ਰਤ ਤੈਅ ਕੀਤੀ ਸੀ। ਉਸ ਦਾ ਵਿਸ਼ਵਾਸ ਸੀ ਕਿ ਜੇ ਡੰਗਰ ਨੂੰ ਚੰਗੀ ਖੁਰਾਕ ਮਿਲੇ ਤਾਂ ਦੁੱਧ ਚੰਗਾ ਹੁੰਦਾ ਅਤੇ ਮੱਖਣ ਵੀ ਚੋਖਾ ਨਿਕਲਦਾ। ਆਨੰਦ ਕਾਰਜ ਕਰਵਾਉਣ ਵੇਲੇ ਭਾਈ ਜੀਤੋ ਨੂੰ ਕੀ ਸਿੱਖਿਆ ਦੇ ਰਿਹਾ ਸੀ? ਆਨੰਦ ਕਾਰਜ ਕਰਵਾਉਣ ਵਾਲਾ ਭਾਈ ਜੀਤੋ ਨੂੰ ਸਿੱਖਿਆ ਦੇ ਰਿਹਾ ਸੀ ਕਿ ਹੁਣ ਉਸਨੇ ਸਹੁਰੇ ਘਰ ਚਲੇ ਜਾਣਾ। ਉਸ ਲਈ ਉਸਦਾ ਪਤੀ ਹੀ ਪਰਮੇਸ਼ਰ ਹੈ। ਹਰ ਕੰਮ ਵਿੱਚ ਉਸਦੀ ਸਲਾਹ ਲੈਣੀ ਹੈ ਅਤੇ ਨਿਵਣ ਖਿਵਣ ਦੇ ਗੁਣ ਪੈਦਾ ਕਰਨੇ ਹਨ। ਮਾੜਾ ਬੰਦਾ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ? ਮਾੜਾ ਬੰਦਾ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਗੁੱਸੇ ਅਤੇ ਜਿੱਦ ਦੀ ਥਾਂ ਪਿਆਰ, ਮਿਠਾਸ ਅਤੇ ਨਿਮਰਤਾ ਨਾਲ ਕੰਮ ਲੈਣਾ ਚਾਹੀਦਾ ਹੈ। ਜੇ ਰਿਕਸ਼ੇ ਵਾਲਾ ਨਿਮਰਤਾ ਨਾਲ ਕੰਮ ਲੈਂਦਾ ਤਾਂ ਉਸਨੂੰ ਉਸਦਾ ਹੱਕ ਮਿਲ ਜਾਂਦਾ ਅਤੇ ਲੇਖਕ ਨੂੰ ਵੀ ਗੁੱਸੇ ਦੀ ਥਾਂ ਪਿਆਰ ਨਾਲ ਕੰਮ ਲੈਣਾ ਚਾਹੀਦਾ ਸੀ। ਰਿਕਸ਼ੇ ਵਾਲੇ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਅਤੇ ਕੁਝ ਪੈਸੇ ਦੇ ਕੇ ਝਗੜਾ ਖਤਮ ਕਰਨਾ ਚਾਹੀਦਾ ਸੀ। ਤੇ ਇਸ ਤੋਂ ਬਾਅਦ ਸੱਭਿਆਚਾਰ ਵਿੱਚੋਂ ਬਹੁ ਵਿਕਲਪੀ ਪ੍ਰਸ਼ਨ। ਮੁੰਡੇ ਦੇ ਜਨਮ ਹੋਣ 'ਤੇ ਦਾਈ ਕੀ ਲੈ ਕੇ ਆਉਂਦੀ ਹੈ? ਤੜਾਗੀ। ਜਿੱਥੇ 4-6 ਪੰਜਾਬੀ ਜੁੜ ਜਾਣ ਉੱਥੇ ਕੀ ਬਣ ਜਾਂਦਾ ਹੈ? ਤੁਰਦਾ ਫਿਰਦਾ ਮੇਲਾ। ਮੁਰਦੇ ਦੀ ਖੋਪਰੀ ਠਕੋਰਨ ਲਈ ਕਿਹੜਾ ਡੰਡਾ ਵਰਤਿਆ ਜਾਂਦਾ ਹੈ? ਅਰਥੀ ਵਿੱਚੋਂ ਕੱਢ ਕੇ। ਸ਼ੱਕਰ ਭਿੱਜੀ ਖੇਡ ਦੀ ਹਰ ਟੋਲੀ ਵਿੱਚ ਕਿੰਨੇ ਖਿਡਾਰੀ ਹੁੰਦੇ ਹਨ? 4-5। ਤੇ ਇਸ ਤੋਂ ਬਾਅਦ ਸੱਭਿਆਚਾਰ ਵਿੱਚੋਂ ਵੱਡੇ ਉੱਤਰਾਂ ਵਾਲੇ ਪ੍ਰਸ਼ਨ। ਮੇਲਿਆਂ ਦਾ ਕਿਸੇ ਜਾਤੀ ਲਈ ਕੀ ਮਹੱਤਵ ਹੁੰਦਾ ਹੈ?
ਜਾਤੀ ਲਈ ਮੇਲਿਆਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਮੇਲਿਆਂ ਵਿੱਚ ਜਾਤੀ ਖੁੱਲ੍ਹ ਕੇ ਸਾਹ ਲੈਂਦੀ ਹੈ, ਲੋਕ ਪ੍ਰਤਿਭਾ ਨਿਖਰਦੀ ਹੈ ਅਤੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਮੇਲੇ ਧਾਰਮਿਕ ਅਤੇ ਕਲਾਤਮਿਕ ਭਾਵਾਂ ਦੀ ਤ੍ਰਿਪਤੀ ਕਰਦੇ ਹਨ। ਇਹਨਾਂ ਮੇਲਿਆਂ ਵਿੱਚ ਜਾਤੀ ਦਾ ਮਨ ਤਾਲਬੱਧ ਹੋ ਕੇ ਨੱਚਦਾ ਅਤੇ ਇਕਸੁਰ ਹੋ ਕੇ ਗੂੰਜਦਾ ਹੈ। ਤੇ ਇਸ ਤੋਂ ਬਾਅਦ ਪੰਜਾਬ ਵਿੱਚ ਜੀਵ ਦੇ ਜਨਮ ਨਾਲ ਸੰਬੰਧਿਤ ਕਿਹੜੇ ਰਸਮ ਰਿਵਾਜ ਹਨ, ਤੇ ਇਸ ਵਿੱਚ ਅਸੀਂ ਲਿਖ ਸਕਦੇ ਹਾਂ ਧੂਫ ਦੇਣਾ, ਵਧਾਈਆਂ, ਗੁੜਤੀ ਅਤੇ ਹਰ ਪੁਆਇੰਟ ਨੂੰ ਅਸੀਂ ਚੰਗੀ ਤਰ੍ਹਾਂ ਐਕਸਪਲੇਨ ਕਰ ਸਕਦੇ ਹਾਂ। ਅਗਲਾ ਪ੍ਰਸ਼ਨ ਹੈ, ਪੰਜਾਬ ਦੀਆਂ ਲੋਕ ਖੇਡਾਂ ਦੀ ਸੰਭਾਲ ਅਤੇ ਇਹਨਾਂ ਨੂੰ ਮੁੜ ਸੁਰਜੀਤ ਕਰਨਾ ਅਤਿਅੰਤ ਜ਼ਰੂਰੀ ਹੈ, ਕਿਉਂ? ਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ ਲੋਕ ਖੇਡਾਂ ਸਾਡੇ ਲੋਕ ਜੀਵਨ ਵਿੱਚੋਂ ਅਲੋਪ ਹੋ ਰਹੀਆਂ ਹਨ। ਨਾ ਹੁਣ ਪਿੰਡਾਂ ਵਿੱਚੋਂ ਜੂਆਂ ਰਹੀਆਂ ਹਨ ਜਿੱਥੇ ਖੇਡਾਂ ਦੇ ਪਿੜ ਜੁੜਦੇ ਸਨ, ਤੇ ਨਾ ਹੀ ਕਿਸੇ ਕੋਲ ਖੇਡਣ ਦੀ ਵੇਲ ਹੈ। ਬਸ ਖੇਡਾਂ ਦੇ ਨਾਂ ਹੀ ਚੇਤੇ ਰਹਿ ਗਏ ਹਨ। ਪੰਜਾਬੀ ਅਖਾਣ ਹੈ, ਖੇਡਾਂ ਅਤੇ ਮਾਵਾਂ ਮੁੱਕਣ 'ਤੇ ਹੀ ਚੇਤੇ ਆਉਂਦੀਆਂ ਹਨ। ਇਹ ਲੋਕ ਖੇਡਾਂ ਸਾਡਾ ਗੌਰਵਮਈ ਵਿਰਸਾ ਹਨ। ਇਹਨਾਂ ਦੀ ਸੰਭਾਲ ਅਤੇ ਇਹਨਾਂ ਨੂੰ ਮੁੜ ਸੁਰਜੀਤ ਕਰਨਾ ਅਤਿਅੰਤ ਜ਼ਰੂਰੀ ਹੈ। ਇਹ ਸਾਨੂੰ ਬਲਵਾਨ ਵਿਰਾਸਤ ਨਾਲ ਜੋੜਦੀਆਂ ਹਨ।